ਲਓ ਜੀ ਦੋਸਤੋ, ਨਵੀਂ ਆਫਰ, ਨਵਾਂ ਮਾਡਲ ਤੇ ਨਵਾਂ ਟੈਕਸ, ਗ੍ਰੀਨ ਸਕੀਮ ਤੇ ਜ਼ਮੀਂਦਾਰ ਦੇ ਹਾਲਾਤ। ਕਿਸਾਨਾਂ ਨੂੰ ਲੈਣ ਤੇ ਦੇਣੇ ਪੈ ਗਏ। ਹਕੂਮਤ ਪੰਜਾਬ ਨੇ ਕਿਸਾਨਾਂ ਦੇ ਉੱਤੇ ਜ਼ਰੀ ਟੈਕਸ ਲਾ ਦਿੱਤਾ ਹੈ। ਜ਼ਰੀ ਟੈਕਸ ਦੇ ਮੱਧ ਦੇ ਵਿੱਚ ਕਿਸਾਨਾਂ ਕੋਲੋਂ 6 ਲੱਖ ਤੋਂ 12 ਲੱਖ ਆਮਦਨ ਤੇ 15% ਟੈਕਸ ਲੱਗੇਗਾ। 12 ਤੋਂ 16 ਲੱਖ ਰੁਪਏ ਆਮਦਨ ਦੇ ਉੱਤੇ 90,000 ਰੁਪਏ ਫਿਕਸ ਟੈਕਸ ਯਾਨੀ ਕਿ 20% ਟੈਕਸ ਹੋਏਗਾ। 32 ਲੱਖ ਆਮਦਨ ਤੱਕ ਤੇ 6.5 ਲੱਖ ਰੁਪਏ, 32 ਤੋਂ 56 ਲੱਖ ਤੱਕ 16 ਲੱਖ ਰੁਪਏ ਟੈਕਸ ਹੋਏਗਾ। 56 ਲੱਖ ਤੋਂ ਜਿਹੜੇ ਜ਼ਾਇਦ ਆਮਦਨ ਕਮਾਉਂਦੇ ਨੇ ਉਹਨਾਂ ਨੂੰ 16 ਲੱਖ ਯਾਨੀ ਕਿ 45% ਟੈਕਸ ਆਇਦ ਕਰਨਾ ਹੋਏਗਾ। ਇੱਕ ਤਰਫ ਹਕੂਮਤ ਪੰਜਾਬ ਜਿਹੜੀ ਨਵੇਂ ਟੈਕਸ ਲਾ ਰਹੀ ਹੈ, ਦੂਜੀ ਤਰਫ ਨਵੀਆਂ ਤੋਂ ਨਵੀਆਂ ਸਕੀਮਾਂ ਦੇ ਰਹੀ ਹੈ, ਸਬਸਿਡੀਆਂ ਦੇ ਰਹੀ ਹੈ, ਯਾਨੀ ਕਿ ਕਿਸਾਨਾਂ ਨੂੰ ਲੈਣ ਦੇ ਦੇਣੇ ਪੈ ਰਹੇ ਨੇ। ਹਕੂਮਤ ਯਾਨੀ ਕਿ ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ ਸਾਰਾ ਡਾਟਾ ਹਕੂਮਤ ਯਾਨੀ ਕਿ ਹਕੂਮਤ ਦੇ ਕੋਲ ਚਲਾ ਗਿਆ। ਉਹਨਾਂ ਨੂੰ ਪਤਾ ਵਾ ਜਿਹਦੇ ਕੋਲ ਕਿੰਨੀ ਜ਼ਮੀਨ ਹੈ, ਕਿਹੜਾ ਕਿੰਨੀ ਆਮਦਨੀ ਕਮਾਉਂਦਾ ਪਿਆ ਵਾ। ਤੇ ਹੁਣ ਜਿਹੜਾ ਜ਼ਮੀਂਦਾਰ ਟੈਕਸ ਨਹੀਂ ਤਾਰੇਗਾ ਉਹਨੂੰ ਜੁਰਮਾਨੇ ਵੀ ਹੁੰਦੇ ਜਾਣਗੇ। ਇਹੋ ਚੱਕਰ ਨਹੀਂ ਵੀ ਨਾ ਤਾਰੇਗਾ ਕੋਈ ਨਹੀਂ, ਚੱਲਦਾ ਰਹੇਗਾ। ਇਹਨਾਂ ਨੇ ਬਕਾਇਦਾ ਤੌਰ ਤੇ ਤੁਹਾਡਾ ਸਾਰਾ ਡਾਟਾ ਹੁਣ ਇਹਨਾਂ ਕੋਲ ਪਹੁੰਚ ਗਿਆ। ਜਿਹੜਾ ਟੈਕਸ ਨਹੀਂ ਤਾਰੇਗਾ ਉਹਨਾਂ ਨੂੰ ਮਜ਼ੀਦ ਜੁਰਮਾਨੇ ਹੁੰਦੇ ਜਾਣਗੇ। ਤੇ ਬਾਕੀ ਇਹ ਜੀ ਮੇਰਾ ਤਾਂ ਖਿਆਲ ਹੈ ਕਿ ਹਕੂਮਤ ਪੰਜਾਬ ਜਿਹੜੀ ਇੱਕ ਤਰਫ ਸਕੀਮਾਂ ਦੇ ਰਹੀ, ਦੂਜੀ ਤਰਫ ਟੈਕਸ ਲਾ ਰਹੀ ਹੈ। ਇਹਦੇ ਨਾਲ ਬਿਹਤਰ ਹੈ ਕਿ ਟੈਕਸ ਹੀ ਨਾ ਲਾਏ, ਜਿਹੜਾ ਯਾਨੀ ਕਿ ਜ਼ਿਮੀਂਦਾਰ ਕੇ ਇੱਕ ਹੱਥੋਂ ਲੈ ਰਹੀ ਹੈ, ਦੂਜੇ ਹੱਥੋਂ ਦੋਵਾਂ ਹੱਥਾਂ ਨਾਲ ਭਾਜੀ ਉਹਨਾਂ ਕੋਲ ਖਿੱਚਦੇ ਪਏ। ਇਸ ਤੋਂ ਇਲਾਵਾ ਜੀ ਗ੍ਰੀਨ ਟਰੈਕਟਰ ਸਕੀਮ ਦੇ ਹਵਾਲੇ ਨਾਲ ਵੀ ਤੁਹਾਨੂੰ ਮੈਂ ਯਾਨੀ ਕਿ ਡਿਟੇਲ ਦਿੰਦਾ ਜਾਵਾਂ ਕਿ ਕੀ ਸੂਰਤ ਹਾਲ ਹੈ, ਕਿੰਨਾ ਨੂੰ ਟਰੈਕਟਰ ਮਿਲ ਗਏ ਨੇ। ਸੂਰਤ ਹਾਲ ਇਹ ਹੈ ਕਿ ਜਿਨ੍ਹਾਂ ਜ਼ਿਮੀਂਦਾਰਾਂ ਦੇ ਟਰੈਕਟਰ ਨਿਕਲੇ ਸੀ ਉਹਨਾਂ ਕੋਲ ਬਕਾਇਆ ਰਕਮ ਦੇਣ ਦੇ ਪੈਸੇ ਨਹੀਂ ਹੈ। ਆਪਣੀ ਉਹਨਾਂ ਜ਼ਮੀਨਾਂ ਜਿਹੜੀਆਂ ਨੇ ਬਰਾਏ ਫਰੋਖਤ ਲਾਈਆਂ ਨੇ ਕਿ ਚਲੋ ਵਿਕੇਗੀ ਤਾਂ ਫਿਰ ਦੇ ਲਾਂਗੇ, ਕਿਉਂਕਿ ਮਹੀਨੇ ਦਾ ਟਾਈਮ ਦਿੱਤਾ ਸੀ। ਕਾਫੀ ਜ਼ਿਮੀਂਦਾਰਾਂ ਨੇ ਤਾਂ ਬਿਲਕੁਲ ਹੀ ਨਕਾਰ ਹੀ ਕਰ ਦਿੱਤਾ ਕਿ ਅਸੀਂ ਨਹੀਂ ਟਰੈਕਟਰ ਲੈ ਸਕਦੇ, ਸਾਡੇ ਕੋਲ ਬਕਾਇਆ ਪੇਮੈਂਟ ਨਹੀਂ ਹੈ। ਤੇ ਜਿਨ੍ਹਾਂ ਨੂੰ ਵੇਟਿੰਗ ਲਿਸਟ ਦੇ ਵਿੱਚ ਰੱਖਿਆ ਸੀ ਉਹਨਾਂ ਦਾ ਨਾਮ ਜਿਹੜਾ ਅੱਗੇ ਸਾਹਮਣੇ ਆ ਰਿਹਾ, ਉਹਨਾਂ ਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਤੇ ਇਹ ਸੂਰਤ ਹਾਲ ਹੈ ਕਿ ਜ਼ਿਮੀਂਦਾਰ ਕੋਲ ਬਕਾਇਆ ਰਕਮ ਦੇਣ ਦੇ ਵੀ ਪੈਸੇ ਨਹੀਂ ਹੈ। ਤੇ ਉੱਤੋਂ ਕਹਿ ਰਹੇ ਨੇ ਜੀ ਨਵਾਂ ਟੈਕਸ ਲਾ ਰਹੇ ਨੇ। ਜ਼ਿਮੀਂਦਾਰ ਦੀ ਗੰਦਮ ਜਿਹੜੀ ਹੈ, ਜ਼ਿਮੀਂਦਾਰ ਦੇ ਜਿਹੜੇ ਵੀ ਜਨਾਸ ਨੇ ਸਾਰੀਆਂ ਘਰ ਪਈਆਂ ਨੇ। ਪਹਿਲਾਂ ਉਹ ਜਨਾਸ ਉਹਨਾਂ ਕੋਲ ਖਰੀਦੋ ਨਾ ਚੰਗੇ ਰੇਟ ਨਾਲ, ਜੋ ਰੇਟ ਤੁਸੀਂ ਮਾਰਕੀਟ ਦੇ ਵਿੱਚ ਦਿੰਦੇ ਹੋ, ਤੇ ਬਾਅਦ ਵਿੱਚ ਤੁਸੀਂ ਟੈਕਸ ਲਾਉਂਦੇ ਵੀ ਚੰਗੇ ਲੱਗੋ। ਇਹ ਸੂਰਤ ਹਾਲ ਜੀ ਗ੍ਰੀਨ ਟਰੈਕਟਰ ਸਕੀਮ ਦੀ ਗੱਲ ਕਰਦੇ ਜਾਈਏ ਨਵੀਂ ਆਫਰ ਦੀ, ਕਿ ਨਿਊ ਹਾਲੈਂਡ ਕੰਪਨੀ ਨੇ ਨਵੀਂ ਆਫਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਕਿ 325 ਫਾਰਚੂਨਰਾਂ ਨੇ, ਕਰੋਲਾ ਹੈ, ਆਲਟੋ ਗੱਡੀਆਂ ਨੇ, ਮੋਟਰਸਾਈਕਲਾਂ ਨੇ, ਯਾਨੀ ਕਿ 1 ਨਵੰਬਰ 2024 ਤੋਂ 31 ਦਸੰਬਰ 2024 ਤੱਕ ਜਿਹੜਾ ਟਰੈਕਟਰ ਬੁੱਕ ਕਰਾਏਗਾ ਉਹ ਸਕੀਮ ਦੇ ਵਿੱਚ ਸ਼ਾਮਲ ਹੋ ਜਾਏਗਾ। ਕੰਪਨੀ ਲੱਕੀ ਡਰਾ ਕਰੇਗੀ ਜੀ। 2025 ਦੇ ਪਹਿਲੇ ਹਫਤੇ ਨੂੰ ਲੱਕੀ ਡਰਾ ਹੋਏਗਾ ਤੇ ਜਿਹੜੇ ਖੁਸ਼ ਨਸੀਬ ਹੋਣਗੇ ਉਹਨਾਂ ਨੂੰ ਜਿਹੜੇ ਨਾਮੀ ਜਿਹੜੇ ਜੋ ਵੀ ਇਹਨਾਂ ਨੇ ਰੱਖੇ ਨੇ ਉਹਦੇ ਹਿਸਾਬ ਨਾਲ ਜਿਹਦਾ ਨਾਮ ਨਿਕਲੇਗਾ। ਤੇ ਕੰਪਨੀ ਦਾ ਕਹਿਣਾ ਜੀ 2025 ਦੇ ਪਹਿਲੇ ਹਫਤੇ ਨੂੰ ਅਸੀਂ ਲੱਕੀ ਡਰਾ ਕਰ ਦੇਣਾ ਜਿਹੜੇ ਖੁਸ਼ ਨਸੀਬ ਹੋਣਗੇ। ਲਾਸਟ ਦੇ ਉੱਤੇ ਗੱਲ ਕਰਦੇ ਜਾਈਏ ਨਿਊ ਹਾਲੈਂਡ ਕੰਪਨੀ ਨੇ ਜੀ ਆ ਨਵਾਂ ਮਾਡਲ ਵੀ ਕੱਢ ਦਿੱਤਾ ਹੈ, ਯਾਨੀ ਕਿ 640 ਵੀ ਹੁਣ ਤੁਹਾਨੂੰ ਔਰੰਜ ਕਲਰ ਦੇ ਵਿੱਚ ਮਿਲਣਗੇ। ਜਿਹੜੇ ਵੀ ਇਹਨਾਂ ਦੇ ਮਾਡਲ ਨੇ, ਤਮਾਮ ਮਾਡਲ ਜਿਹੜੇ ਨੇ ਨਿਊ ਹਾਲੈਂਡ ਕੰਪਨੀ ਨੇ ਆਪਣੇ ਯਾਨੀ ਕਿ 850 ਦਾ ਜਿਹੜਾ ਕਲਰ ਹੀ ਸਾਰੇ ਉਸ ਕਲਰ ਦੇ ਵਿੱਚ ਜਿਹੜੇ ਨੇ ਮਾਡਲ ਜਿਹੜੇ ਨੇ ਕੱਢ ਦਿੱਤੇ ਨੇ। ਤੇ ਆਫਰ ਵੀ ਦੇ ਦਿੱਤੀ ਹੈ ਕਿ ਇਹ 2 ਮਹੀਨਿਆਂ ਦੇ ਵਿੱਚ ਅਗਰ ਜਿਹੜਾ ਵੀ ਕੋਈ ਜ਼ਿਮੀਂਦਾਰ ਇਹ ਟਰੈਕਟਰ ਬੁੱਕ ਕਰਵਾਏਗਾ ਤੇ ਉਹਨੂੰ ਲੱਕੀ ਡਰਾ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ। ਤੇ ਇਹ ਟਰੈਕਟਰ, ਇਹ ਕਲਰ ਮਾਸ਼ਾਅੱਲਾ ਬਹੁਤ ਜ਼ਿਆਦਾ ਗੁੱਡ ਲੁਕਿੰਗ ਹੈ ਤੇ ਬਹੁਤ ਜ਼ਿਆਦਾ ਜਿਹੜਾ ਨਾ ਯਾਨੀ ਕਿ ਦਿਲ ਨੂੰ ਛੂਹਣ ਵਾਲਾ ਕਲਰ ਹੈ। ਬਹੁਤ ਪਿਆਰਾ ਕਲਰ ਹੈ ਕੰਪਨੀ ਦਾ। ਤੇ ਲਾਜ਼ਮੀ ਜਿਹੜਾ ਕੰਪਨੀ ਹੈ ਵੇਖੋ ਜੀ ਨਵੀਂ ਤਬਦੀਲੀਆਂ ਕਰਦੀਆਂ ਪਈਆਂ ਨੇ, ਬਹੁਤ ਅੱਛੀ ਗੱਲ ਹੈ। ਬਾਕੀ ਮਾਰਕੀਟ ਦੇ ਹਾਲਾਤ ਨਾਲ ਸਾਰੇ ਵਾਕਫ ਨੇ, ਜੋ ਮਾਰਕੀਟ ਦੇ ਹਾਲਾਤ ਨੇ, ਸੇਲ ਬਿਲਕੁਲ ਨਹੀਂ ਹੈ, ਜ਼ਿਮੀਂਦਾਰ ਕੋਲ ਪੈਸਾ ਬਿਲਕੁਲ ਨਹੀਂ ਹੈ। ਲੇਕਿਨ ਬਹਰਹਾਲ ਜਿਹੜਾ ਇਸ ਹਾਲਾਤ ਦੇ ਵਿੱਚ ਵੀ ਜਿਹੜਾ ਨਾ ਨਿਊ ਹਾਲੈਂਡ ਕੰਪਨੀ ਦਾ 850 ਜਿਹੜਾ ਨਾ ਕਾਫੀ ਸੇਲ ਹੋ ਰਿਹਾ। ਬਾਕੀ ਦੂਸਰੇ ਮਾਡਲਾਂ ਦੀ ਅਸੀਂ ਗੱਲ ਨਹੀਂ ਕਰਦੇ, 850 ਤਕਰੀਬਨ ਕਾਫੀ ਸੇਲ ਹੋ ਰਿਹਾ। ਤੇ ਮਾਰਕੀਟ ਦੀ ਗੱਲ ਕਰੀਏ ਤਾਂ ਫਿਲਹਾਲ ਜਿਹੜੇ ਨੇ ਹਾਜ਼ਰ ਸਟਾਕ ਮਾਰਕੀਟ ਦੇ ਵਿੱਚ ਗਾਜ਼ੀ ਦੇ ਵੀ ਤੇ ਮਿਲਤ ਦੇ ਵੀ ਸਾਰੇ ਮਾਡਲ ਹਾਜ਼ਰ ਸਟਾਕ ਮਾਰਕੀਟ ਦੇ ਵਿੱਚ ਅਵੇਲੇਬਲ ਨੇ। ਵੀਡੀਓ ਅੱਛੀ ਲੱਗੀ ਦੋਸਤੋ ਲਾਈਕ ਸ਼ੇਅਰ ਕਰਨੀ। ਇੰਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ 'ਚ।